ਅਸਲੀ ਅਧਿਆਤਮ ਉਹ ਹੈ ਜਿਸ ਵਿੱਚ ਗੁਣ, ਕਰਮ, ਸੁਭਾਅ ਦਾ ਸ਼ੋਧਨ ਕੀਤਾ ਜਾਂਦਾ ਹੈ। ਜੇਕਰ ਮੈਨੂੰ ਮੋਖ ਮਿਲ ਜਾਵੇ ਤਾਂ ਮੇਰਾ ਉੱਥੇ ਦਮ ਘੁੱਟ ਜਾਵੇਗਾ। ਮੈਨੂੰ ਸਵਰਗ ਤੋਂ ਮੁਕਤੀ ਤੋਂ ਘਿਰਨਾ ਹੈ। ਮੈਂ ਤਾਂ ਮੋਢੇ ਨਾਲ ਮੋਢਾ ਮਿਲਾ ਕੇ ਸਭ ਦੇ ਵਿਚਕਾਰ ਰਹਿ ਕੇ ਦੀਨ ਦੁਖੀਆਂ ਦੀ ਸੇਵਾ ਕਰਨ ਵਿੱਚ ਆਨੰਦ ਮਹਿਸੂਸ ਕਰਦਾ ਹਾਂ। ਮੈਂ ਤਾਂ ਅਜਿਹਾ ਬਾਬਾ ਜੀ ਬਣਨਾ ਚਾਹੁੰਦਾ ਹਾਂ ਜੋ ਹਸੀ ਖੁਸ਼ੀ ਤੋਂ ਜੀਵਨ ਬਤੀਤ ਕਰ ਸਕੇ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਧਰਮ ਚੇਤਨਾ ਦਾ ਜਾਗਰਣ ਅਤੇ ਬੁਲਾਵਾ। ਪੁਸਤਕ ਦੀ ਜਾਣਕਾਰੀ। ਮੱਧਕਾਲੀਨ ਦੇ ਅੰਧਕਾਰ ਯੁੱਗ ਵਿੱਚ ਅਸੀਂ ਧਰਮ, ਅਧਿਆਤਮ, ਦਰਸ਼ਨ, ਆਤਮ ਗਿਆਨ, ਬ੍ਰਹਮ ਵਿਦਿਆ, ਸਾਧਨਾ, ਅਧਿਐਨ ਆਦਿ ਦੇ ਅਜਿਹੇ ਅਰਥ ਗ੍ਰਹਿਣ ਕੀਤੇ ਜਿਨ੍ਹਾਂ ਤੋਂ ਉਲਟ ਦਿਸ਼ਾ ਮਿਲੀ। ਇਸ ਉਲਟ ਬੁੱਧੀ ਦੇ ਕਾਰਨ ਉੱਨਤੀ ਦੇ ਸਿਖਰ ਤੇ ਚੜ੍ਹਦੇ ਚੜ੍ਹਦੇ ਅਚਾਨਕ ਹੇਠਾਂ ਖਿਸਕਣ ਅਤੇ ਪਤਨ ਦੇ ਗੱਡੇ ਵਿੱਚ ਡਿੱਗਣ ਲੱਗੇ। ਪ੍ਰਾਚੀਨ ਕਾਲ ਵਿੱਚ, ਵੈਦਿਕ ਯੁੱਗ ਵਿੱਚ, ਰਾਮ ਰਾਜ ਵਿੱਚ, ਮੌਰਿਆ ਅਤੇ ਦੇ ਸੁਨਹਿਰੀ ਯੁੱਗ ਵਿੱਚ ਸਾਡਾ ਦੇਸ਼ ਸੰਸਾਰ ਦਾ ਤਾਜ ਸੀ। ਉਦੋਂ ਵੀ ਉਹੀ ਸ਼ਾਸਤਰ, ਉਹੀ ਵੈਦਿਕ ਸੰਹਿਤਾ, ਉਪਨਿਸ਼ਦ, ਬ੍ਰਾਹਮਣ, ਆਰਣਯਕ, ਦਰਸ਼ਨ ਆਦਿ ਸਨ। ਅਜਿਹਾ ਇਹਨਾਂ ਗ੍ਰੰਥਾਂ ਤੋਂ ਕਿਹੜੀ ਪ੍ਰੇਰਨਾ ਲੈਂਦੇ ਸਨ ਜਿਨ੍ਹਾਂ ਤੋਂ ਲੌਕਿਕ ਅਤੇ ਅਧਿਆਤਮਿਕ ਤਰੱਕੀ ਕਰਦੇ ਗਏ ਅਤੇ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ ਹੀ ਗ੍ਰੰਥਾਂ ਵਿੱਚ ਉਹੀ ਸ਼ਬਦ ਬ੍ਰਹਮ ਮੌਜੂਦ ਰਹੇ। ਫਿਰ ਵੀ ਸਾਡੀ ਹਾਲਤ ਵਿਗੜਦੀ ਗਈ ਅਤੇ ਅਸੀਂ ਡਿੱਗਦੇ ਡਿੱਗਦੇ ਦਿਨੋ ਦਿਨ ਭੈੜੀ ਅਵਸਥਾ ਦੇ ਸ਼ਿਕਾਰ ਹੁੰਦੇ ਗਏ। ਪਿਛੜੇ 25-50 ਸਾਲਾਂ ਤੋਂ ਹੀ ਨਹੀਂ ਬਲਕਿ ਘੱਟੋ ਘੱਟ 1000 ਸਾਲਾਂ ਤੋਂ ਇਹ ਉਲਟ ਕ੍ਰਮ ਚੱਲ ਰਿਹਾ ਹੈ। ਇਸ ਦੀ ਦੁਰਗੰਧ ਸਾਡੇ ਖੂਨ, ਹੱਡੀਆਂ ਅਤੇ ਮਾਸ ਵਿੱਚ ਦਾਖਲ ਹੈ। ਉਸ ਦਾ ਸ਼ੁੱਧੀਕਰਨ ਜ਼ਰੂਰੀ ਹੀ ਨਹੀਂ, ਬਹੁਤ ਜ਼ਰੂਰੀ ਹੈ। ਨਹੀਂ ਤਾਂ ਸਾਡੀ ਹੋਂਦ ਹੀ ਖਤਰੇ ਵਿੱਚ ਪੈ ਜਾਵੇਗੀ। ਹੱਡੀਆਂ ਵਿੱਚ ਦਾਖਲ ਹੋਈ ਇਸ ਵਿਕ੍ਰਿਤੀ ਦਾ ਹੱਲ ਕੀ ਹੈ? ਇਸ ਦਾ ਇਲਾਜ ਕਿਵੇਂ ਹੋਵੇਗਾ ਅਤੇ ਕੌਣ ਕਰੇਗਾ? ਆਤਮਾ ਦੀ ਭੁੱਖ ਕਿਵੇਂ ਮਿਟੇਗੀ? ਈਸ਼ਵਰੀ ਬਾਗ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਕੀ ਹੈ? ਅਸੀਂ ਸਮੇਂ ਦਾ ਸਦੁਪਯੋਗ ਕੀਤਾ ਹੈ? ਕੀ ਅਸੀਂ ਜੀਵਨ ਦੇ ਪ੍ਰਤੀ ਆਤਮ ਚਿੰਤਨ ਕਰਦੇ ਹਾਂ? ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜਿਸ ਵਿੱਚ ਇਹਨਾਂ ਸਾਰੇ ਪ੍ਰਸ਼ਨਾਂ ਦੇ ਭੇਦਾਂ ਨੂੰ ਲੇਖਕ ਨੇ ਗਹਿਰਾਈ ਤੋਂ ਉਜਾਗਰ ਕੀਤਾ ਹੈ। ਉਹ ਕਹਿੰਦੇ ਸਨ ਕਿ ਗਲਤੀ ਸੁਧਾਰਨ ਦੀ ਸ਼ੁਰੂਆਤ ਉਸਨੂੰ ਤੁਰੰਤ ਰੋਕਣ ਨਾਲ ਹੁੰਦੀ ਹੈ, ਨਾ ਕਿ ਇਹ ਸੋਚਣ ਨਾਲ ਕਿ ਫਿਰ ਨਹੀਂ ਕਰਾਂਗੇ। ਜੋ ਮਾਨਤਾ ਅਤੇ ਵਿਚਾਰ ਸਾਡੇ ਮਨ ਮਸਤਕ ਵਿੱਚ ਪ੍ਰਵੇਸ਼ ਕਰ ਗਏ ਹਨ ਉਹਨਾਂ ਨੂੰ ਹੋਰ ਪੋਸ਼ਣ ਨਾ ਦੇ ਕੇ ਸ਼ੁਰੂ ਕਰਕੇ ਜੋ ਠੀਕ ਹੈ ਉਸ ਵੱਲ ਮੁੜਨ ਨਾਲ ਹੀ ਗੱਲ ਬਣਦੀ ਹੈ। ਲੇਖਕ ਨੇ ਕਈ ਮੌਕਿਆਂ ਤੇ ਸਪਸ਼ਟ ਕੀਤਾ ਕਿ ਧਰਮ, ਅਧਿਆਤਮ ਅਤੇ ਬ੍ਰਹਮ ਵਿਦਿਆ ਤੋਂ ਲਾਭ ਲੈਣ ਲਈ ਸਾਨੂੰ ਕਰਨੀ ਚਾਹੀਦੀ ਹੈ। ਉਹਨਾਂ ਦੇ ਅਸਲ ਅਰਥਾਂ ਦੀ ਸ਼ੋਧ ਕਿਵੇਂ ਅਤੇ ਕਿਵੇਂ ਗ੍ਰਹਿਣ ਕਰਨੀ ਚਾਹੀਦੀ ਹੈ। ਪੁਸਤਕ ਦੇ ਕੁਝ ਅੰਸ਼। ਗਿਆਨ ਯੱਗ ਦੇ ਵਿਚਕਾਰ ਕ੍ਰਾਂਤੀ ਅਭਿਆਨ ਦੇ ਦੋ ਪੱਖ ਹਨ। ਇੱਕ ਪੱਖ ਹੈ ਸਤਸੰਗ ਅਤੇ ਦੂਜਾ ਸਵੈ ਅਧਿਐਨ। ਪੰਛੀ ਦੇ ਦੋ ਖੰਭਾਂ ਵਾਂਗ ਗੱਡੀ ਦੇ ਦੋ ਪਹੀਏ, ਗਾਇਤਰੀ ਦੇ ਦੋ ਚਰਨਾਂ ਵਾਂਗ ਦੋਨੇ ਹੀ ਮਹੱਤਵਪੂਰਨ ਹਨ। ਇੱਕ ਅਤੇ ਸਾਡੇ ਦੋਨੇ ਸੰਸਥਾਨ ਇਹਨਾਂ ਵਿੱਚੋਂ ਇੱਕੋ ਇੱਕ ਪਹਿਲੂ ਦਾ ਨਿਰਵਾਹ ਕਰਨਗੀਆਂ। ਮਨ ਵਿੱਚ ਪ੍ਰੇਰਨਾਵਾਂ ਉੱਠਣ ਲੱਗਣ। ਜੇਕਰ ਮਾਰਗਦਰਸ਼ਕ ਸੱਤਾ ਮਾਧਿਅਮ ਚੁਣ ਲਵੇ ਅਤੇ ਯੁੱਗ ਦੀ ਪੁਕਾਰ ਨੇ ਕਿਸੇ ਕੰਠ ਨੂੰ ਚੁਣ ਲਿਆ ਹੋਵੇ ਤਾਂ ਦੂਜੀ ਕਿਸੇ ਯੋਗਤਾ ਦੀ ਜ਼ਰੂਰਤ ਨਹੀਂ ਪੈਂਦੀ। ਕਬੀਰ ਵਾਂਗ, ਸੂਰ ਵਾਂਗ ਅਤੇ ਮੀਰਾ ਵਾਂਗ ਲੋਕ ਕਲਿਆਣ ਦੇ ਲਈ ਘਰ ਘਰ ਅਤੇ ਪਿੰਡ ਪਿੰਡ ਜਾਓ, ਵਿਚਾਰ ਕ੍ਰਾਂਤੀ ਦੇ ਬੀਜ ਬੀਜੋ, ਖਾਦ ਪਾਣੀ ਦਿਓ। ਤੁਸੀਂ ਦੇਖੋਗੇ ਇੱਕ ਨਵਾਂ ਪਰਿਵਰਤਨ। ਸਾਡੇ ਵਿਚਾਰ ਤੁਸੀਂ ਲੈ ਜਾਓ ਕਿ ਮਾੜੇ ਵਿਚਾਰ ਅੱਗ ਵਿੱਚ ਸੜ ਜਾਵਣਗੇ। ਸਾਡਾ ਸੰਕਲਪ ਅਧੂਰਾ ਨਹੀਂ ਰਹੇਗਾ। ਜੋ ਵੀ ਇਸ ਵਿੱਚ ਸਹਿਯੋਗੀ ਬਣੇਗਾ ਉਹ ਸ਼ਕਤੀ ਅਤੇ ਇੱਜ਼ਤ ਪ੍ਰਾਪਤ ਕਰੇਗਾ। ਅਧਿਆਤਮਵਾਦੀ ਦੇ ਵਿਚਾਰ ਲੋਕਾਂ ਤੋਂ ਅੱਡ ਹੁੰਦੇ ਹਨ। ਤੁਸੀਂ ਅਧਿਆਤਮਵਾਦੀ ਹੋ ਤਾਂ ਤੁਹਾਨੂੰ ਨਿੱਤ ਆਤਮ ਨਿਰੀਖਣ ਕਰਨਾ ਚਾਹੀਦਾ ਹੈ। ਹਰ ਰੋਜ਼ ਨਵਾਂ ਜਨਮ ਅਤੇ ਹਰ ਰਾਤ ਨਵੀਂ ਮੌਤ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤੁਸੀਂ ਆਪਣੀ ਸੋਚ ਉੱਚੀ ਰੱਖੋਗੇ ਤਾਂ ਕਰਮ ਦੇ ਨਾਲ ਭਾਵਨਾ ਜੋੜੋਗੇ ਤਾਂ ਤੁਹਾਨੂੰ ਵੀ ਇਹ ਮੰਤਰ ਫਲਦਾਇਕ ਹੋਵੇਗਾ। ਤੁਸੀਂ ਆਪਣੇ ਆਪ ਨੂੰ ਬਦਲ ਕੇ ਉਪਾਸਨਾ ਕਰਦੇ ਤਾਂ ਦੇਖੋ ਕੀ ਆਨੰਦ ਆਉਂਦਾ ਹੈ। ਉਹ ਆਨੰਦ ਆਉਂਦਾ ਹੈ ਜੋ ਭੌਤਿਕ ਸੁੱਖਾਂ ਤੋਂ ਵੀ ਕਦੇ ਨਹੀਂ ਪ੍ਰਾਪਤ ਹੁੰਦਾ, ਨਾ ਹੋ ਸਕੇਗਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਭਗਵਾਨ ਦੀ ਧਾਰਾ ਨਾਲ ਜੋੜ ਲਓਗੇ ਅਤੇ ਆਪਣੇ ਜੀਵਨ ਨੂੰ ਧਨ ਬਣਾਓਗੇ। ਮੰਤਰ ਸਰੀਰ ਹੈ ਤਾਂ ਸਾਧਨਾ ਆਤਮਾ ਹੈ। ਉਪਾਸਨਾ ਦੇ ਨਾਲ ਸਾਧਨਾ ਜ਼ਰੂਰੀ ਹੈ। ਤੁਸੀਂ ਉਪਾਸਨਾ ਦੇ ਨਾਲ ਸਾਧਨਾ ਵੀ ਕਰੋ। ਤੁਸੀਂ ਵੀ ਅਜਿਹਾ ਕਰੋ ਅਤੇ ਦੂਜਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਪੁਸਤਕ ਦੇ ਕੁਝ ਬਿੰਦੂ। ਭਗਵਾਨ ਨਾਲ ਪ੍ਰੇਮ ਦਾ ਮਾਰਗ। ਸਮੇਂ ਅਤੇ ਹਾਲਾਤਾਂ ਨੂੰ ਸਮਝੋ। ਧਰਮ ਦੀ ਤਾਕਤ ਅਧਰਮ ਤੋਂ ਵੱਧ ਕੇ। ਸਾਧਨਾ ਤੋਂ ਬਿਨਾਂ ਮੰਤਰ ਜਾਪ ਬੇਜਾਨ। ਉਪਾਸਨਾ ਅਤੇ ਸਾਧਨਾ ਵਿਧੀ ਪੂਰਵਕ। ਅਨੁਸ਼ਠਾਨ ਸਾਧਨਾ ਦੀ ਵਿਧੀ ਮਰਿਆਦਾ।